गुरु रू प्यारी साध संगत जी, वाहिगुरू जी का खालसा, वाहिगुरू जी की फतेह। प्रोफैसर पूरन सिंह जी की एक अमोलक लिखत है जिसका सिरलेख है देवांगनी। आओ उसका चौथा ते अखीरला भाग सरवण करने की कोशिश करिए जी। 6वां। जस्सा सिंह लाहौर विखे रावी दे पुल कोल मेल गड्डी दे आवन की उडीक कर रहा सी। गड्डी आउण विच 10 मिनट बाकी सन तां पटड़ी ते लेट गया, पर महान सिंह सारा दिन उसनूं लभदा रहा। उस समझिया कि वह रावी विच डुब मरिया होवेगा। अचानक ही भाल लई उसदे नाल गए आदमी ने रोली पाई ਅਤੇ जस्सा सिंह ਨੂੰ रेल ਦੀ पटड़ी तो जा चुकिया। ਐਨ ਉਸੇ ਸਮੇਂ ही मेल गड्डी बड़ी तेजी नाल कोलों लंघी। कुछ महीने बाद जस्सा सिंह ਨੂੰ अपनी सुंदर पत्नी ਦੇ बेवफा होने बारे विश्वास हो गया। उसका दिल टुट चुका। वो इंग्लैंड चला गया। देवांगनी ਨੂੰ ਆਪਣੇ ਪਿਤਾ ਦੇ ਘਰ ਦਾ ਆਸਰਾ ਮਿਲ ਗਿਆ। जस्सा सिंह ਦੇ ਬਜ਼ੁਰਗ ਪਿਤਾ ਨੇ ਉਸ ਦੇ ਪਿਤਾ ਨੂੰ ਹੀ ਸਾਰਾ ਦੋਸ਼ ਦਿੱਤਾ ਅਤੇ ਜਲੀਆਂ ਕਟੀਆਂ ਸੁਣਾਈਆਂ। ਇਸ ਤਰ੍ਹਾਂ ਕੁੜੱਤਣ ਪੈਦਾ ਹੋ ਗਈ। ਦਿਲਾਵਰ ਸਿੰਘ, ਸ਼੍ਰੀਮਾਨ ਜੀ, ਮੈਂ ਇਸ ਗੱਲ ਤੇ ਵਿਸ਼ਵਾਸ ਨਹੀਂ ਕਰਦਾ। ਮੈਨੂੰ ਕਈਆਂ ਪਾਸਿਆਂ ਤੋਂ ਪਤਾ ਲੱਗਾ ਹੈ ਕਿ ਤੁਹਾਡੇ ਘਰ ਦੀਆਂ ਔਰਤਾਂ ਨੇ ਮੇਰੀ ਬੇਟੀ ਦਾ ਨਾਂ ਬਦੂ ਕਰਨ ਦਾ ਸ਼ੜਯੰਤਰ ਰਚਿਆ ਹੈ। ਉਹ ਪਿਆਰਾਂ ਪੱਲੀ ਬੇਟੀ ਹੈ। ਉਹ ਨਿਰਛਲ ਹੈ, ਆਜ਼ਾਦ ਖਿਆਲ ਹੈ, ਕਈ ਵਾਰੀ ਸ਼ਰਾਰਤ ਵੀ ਕਰਦੀ ਹੈ, ਪਰ ਉਹ ਨਹੀਂ ਜੋ ਤੁਸੀਂ ਸਾਬਤ ਕਰਨਾ ਚਾਹੁੰਦੇ ਹੋ। ਜੇ ਇਹ ਸਭ ਕੁਝ ਸੱਚ ਵੀ ਹੋਵੇ ਜੋ ਤੁਸੀਂ ਕਹਿੰਦੇ ਹੋ, ਫਿਰ ਵੀ ਇਹ ਮੇਰੀ ਬੱਚੀ ਹੈ। ਮੇਰੀਆਂ ਬਾਹਾਂ ਇਸ ਲਈ ਅੜੀਆਂ ਹੋਈਆਂ ਨੇ। ਜੇ ਮੇਰੇ ਘਰ ਵਿੱਚ ਹੀ ਨਹੀਂ ਆ ਸਕਦੀ ਤਾਂ ਮੇਰਾ ਘਰ ਸੜ ਜਾਵੇ। ਮੇਰੇ ਲਈ ਤਾਂ ਜਿਵੇਂ ਇਹ ਸਵਰਗ ਤੋਂ ਆਈ ਹੈ। ਮੈਂ ਇਸ ਲਈ ਆਪਣੇ ਘਰ ਦੇ ਦਰਵਾਜ਼ੇ ਬੰਦ ਨਹੀਂ ਕਰ ਸਕਦਾ। ਜਿੰਨਾ ਚਿਰ ਮੈਂ ਜ਼ਿੰਦਾ ਹਾਂ, ਜੇ ਮੇਰੇ ਕੋਲ ਇੱਕ ਰੋਟੀ ਹੋਵੇਗੀ, ਅੱਧੀ ਇਸ ਨੂੰ ਦੇਵਾਂਗਾ। ਤੁਹਾਡੇ ਲਈ ਚੰਗੀ ਨਹੀਂ ਹੋਵੇਗੀ, ਮੇਰੇ ਤਾਂ ਇਹ ਦਿਲ ਦਾ ਟੁਕੜਾ ਹੈ। ਜੱਸਾ ਸਿੰਘ ਦਾ ਪਿਤਾ, ਮੈਨੂੰ ਪਤਾ ਹੈ ਤੇਰਾ ਕੋਈ ਇੱਜ਼ਤ ਮਾਣ ਨਹੀਂ, ਕੋਈ ਅਸੂਲ ਨਹੀਂ, ਤੇਰਾ ਖਾਨਦਾਨ ਘਟੀਆ ਹੈ। ਦਿਲਾਵਰ ਸਿੰਘ, ਸ਼੍ਰੀਮਾਨ ਜੀ, ਤੁਸੀਂ ਕੁਝ ਵੀ ਕਹੋ। ਅੱਗ ਜਦੋਂ ਕਿਸੇ ਦੇ ਘਰ ਲੱਗਦੀ ਹੈ ਤਾਂ ਬਸੰਤਰ ਆਉਂਦੀ ਹੈ, ਪਰ ਜਦੋਂ ਇਹ ਆਪਣੇ ਘਰ ਲੱਗੇ ਤਾਂ ਅੱਗ ਦਿਸਦੀ ਹੈ। ਇੱਕ ਗੱਲ ਸੁਣੋ, ਮੇਰੀ ਬੇਟੀ ਰੱਬ ਅੱਗੇ ਅਤੇ ਆਦਮੀ ਅੱਗੇ ਨਿਰਛਲ ਹੈ, ਮਾਸੂਮ ਹੈ। ਜੇ ਇਸ ਤਰ੍ਹਾਂ ਹੈ ਤਾਂ ਤੂੰ ਬਰਬਾਦ ਹੋ ਜਾਵੇਂਗਾ। ਇਹ ਇਸ ਮਜ਼ਲੂਮ ਲੜਕੀ ਦਾ ਸਰਾਪ ਹੋਵੇਗਾ ਜੋ ਮੇਰੀ ਬੇਟੀ ਨਾਲ ਕੀਤੀ ਹੈ। ਉਹ ਤੇਰੇ ਅਤੇ ਤੇਰੇ ਘਰਦਿਆਂ ਦੇ ਅੱਗੇ ਆਵੇਗੀ। ਸਤਿ ਸ੍ਰੀ ਅਕਾਲ। ਜਾ ਮੇਰੇ ਘਰੋਂ ਚਲਾ ਜਾ, ਸਭ ਖਤਮ ਹੋ ਗਿਆ। ਦੇਵਾਂਗਨੀ ਬਹੁਤ ਦੁਖੀ ਸੀ, ਪਰ ਇਸ ਦਾ ਕਾਰਨ ਉਹਨਾਂ ਔਰਤਾਂ ਦੀ ਜਲਣ ਹੀ ਸੀ। ਉਸ ਦੇ ਪਤੀ ਨੂੰ ਬਾਹਰ ਭੇਜ ਦਿੱਤਾ ਗਿਆ ਸੀ। ਉਹ ਸੋਚਦੀ ਜਦੋਂ ਆਵੇਗਾ ਤਾਂ ਉਹ ਸਭ ਕੁਝ ਦੱਸੇਗੀ। ਉਹ ਜ਼ਰੂਰ ਵਿਸ਼ਵਾਸ ਕਰ ਲਵੇਗਾ। ਜੋ ਕੁਝ ਵੀ ਵਾਪਰਿਆ ਸੀ ਉਸ ਆਪਣੀ ਮਾਂ ਅਤੇ ਆਪਣੇ ਪਿਤਾ ਨੂੰ ਦੱਸ ਦਿੱਤਾ। ਉਸ ਨੂੰ ਪਤਾ ਨਹੀਂ ਸੀ ਕਿ ਕਿੱਥੇ ਗਲਤੀ ਸੀ, ਉਸ ਕੋਲੋਂ ਕੀ ਗਲਤ ਹੋ ਗਿਆ ਸੀ। ਉਹ ਫੁੱਟ-ਫੁੱਟ ਕੇ ਰੋਣ ਲੱਗੀ। ਵਿਚਾਰਾ ਬੁੱਢਾ ਪਿਓ, ਉਸਦੀ ਲੰਮੀ ਚਿੱਟੀ ਦਾੜੀ ਹਮਦਰਦੀ ਨਾਲ ਕੰਬ ਰਹੀ ਸੀ। ਦੁੱਖ ਨਾਲ ਉਸਦੀਆਂ ਆਦਤਾਂ ਬੱਚਿਆਂ ਵਰਗੀਆਂ ਹੋ ਗਈਆਂ ਸਨ। ਉਸ ਆਪਣੀ ਬੇਟੀ ਨੂੰ ਬਾਹਾਂ ਵਿੱਚ ਲਿਆ ਤੇ ਉੱਚੀ ਉੱਚੀ ਰੋ ਪਿਆ। ਉਸਦੇ ਹੰਝੂਆਂ ਦੀ ਧਾਰ ਉਸਦੇ ਵਾਲਾਂ ਤੇ ਪੈ ਰਹੀ ਸੀ। ਦੇਵਾਂਗਨੀ ਨੇ ਆਪਣੇ ਪਤੀ ਨੂੰ ਇੰਗਲੈਂਡ ਵਿੱਚ ਕਈ ਚਿੱਠੀਆਂ ਲਿਖੀਆਂ, ਪਰ ਉੱਥੋਂ ਕੋਈ ਨਾ ਆਈ। ਜੱਸਾ ਸਿੰਘ ਨੇ ਕੋਈ ਹੁੰਗਾਰਾ ਨਾ ਦਿੱਤਾ। ਅਸਲ ਵਿੱਚ ਉਸਦੇ ਭਰਾ ਨੇ ਉਸਦਾ ਕਸੂਰ ਸਾਬਤ ਕਰਨ ਲਈ ਸ਼ਹਾਦਤ ਵੀ ਦਿੱਤੀ ਸੀ। ਉਸ ਨੂੰ ਚਿੱਠੀ ਪੱਤਰੀ ਕਰਨ ਤੇ ਡਰਾਵਾ ਵੀ ਦਿੱਤਾ ਸੀ। ਉਸ ਦਿਨ ਦੇਵਾਂਗਨੀ ਦੇ ਉਸ ਪੈਰਾਂ ਤੇ ਢੇਰੀ ਹੋਣ ਵਾਲੀ ਗੱਲ ਵੀ ਉਸ ਬਹੁਤ ਵਧਾ ਚੜਾ ਕੇ ਦੱਸਿਆ ਸੀ। ਉਸਨੇ ਜੱਸਾ ਸਿੰਘ ਵਿੱਚ ਇੱਕ ਤਰ੍ਹਾਂ ਨਾਲ ਜ਼ਹਿਰ ਭਰ ਦਿੱਤੀ ਸੀ। ਉਹ ਸਮਝਦਾ ਸੀ ਕਸੂਰ ਮੰਨਣ ਦੀਆਂ ਇਹੀ ਇਲਾਮਤਾਂ ਹੁੰਦੀਆਂ ਹਨ। ਉਹ ਇੰਨਾ ਖਿਝਿਆ ਹੋਇਆ ਸੀ ਕਿ ਅਜਿਹੀ ਹਾਲਤ ਦੇ ਹੋਰ ਕਾਰਨਾਂ ਬਾਰੇ ਸੋਚ ਵੀ ਨਹੀਂ ਸੀ ਸਕਦਾ। ਬਹੁਤ ਜ਼ਿਆਦਾ ਭਾਵਕ ਆਦਮੀ ਜੇ ਇਹ ਸੁਣ ਲਵੇ ਕਿ ਕੋਈ ਕਤਲ ਹੋ ਗਿਆ ਹੈ ਤਾਂ ਉਸ ਨੂੰ ਇਸ ਤਰ੍ਹਾਂ ਲੱਗੇਗਾ ਕਿ ਕਤਲ ਉਸਨੇ ਹੀ ਕੀਤਾ ਹੈ, ਅਤੇ ਜੇ ਉਸ ਨੂੰ ਇਸ ਬਾਰੇ ਪੁੱਛ ਪੜਤਾਲ ਕੀਤੀ ਜਾਵੇ ਤਾਂ ਉਹ ਉਸ ਤਰ੍ਹਾਂ ਹੀ ਵਰਤਾਵ ਕਰੇਗਾ ਜਿਵੇਂ ਕਿ ਉਹ ਕਾਤਲ ਹੀ ਹੋਵੇ। ਮਹਾਂ ਸਿੰਘ ਨੇ ਜੱਸਾ ਸਿੰਘ ਦੇ ਸਾਹਮਣੇ ਉਸ ਦੇ ਭਵਿੱਖ ਦੀ ਤਸਵੀਰ ਖਿੱਚੀ ਸੀ। ਜੇ ਉਹ ਦੇਵਾਂਗਨੀ ਲਈ ਪਿਆਰ ਜਤਾਉਂਦਾ ਰਿਹਾ ਤਾਂ ਉਸ ਦਾ ਜਾਂ ਦੇਵਾਂਗਨੀ ਦਾ ਕਤਲ ਹੋ ਸਕਦਾ ਸੀ। ਇਸ ਤਰ੍ਹਾਂ ਸਾਰਾ ਖਾਨਦਾਨ ਤਬਾਹ ਹੋ ਜਾਵੇਗਾ। ਉਹ ਜੱਸਾ ਸਿੰਘ ਸਾਹਮਣੇ ਰੋਇਆ ਵੀ ਸੀ। ਉਸ ਨੇ ਇਸ ਮਸਲੇ ਦੇ ਸਦਾਚਾਰਕ, ਧਾਰਮਿਕ ਤੇ ਸਮਾਜਿਕ ਪੱਖਾਂ ਤੇ ਵੀ ਗੱਲਬਾਤ ਕੀਤੀ ਸੀ। ਮਹਾਂ ਸਿੰਘ ਜੱਸਾ ਸਿੰਘ ਦੇ ਦਰਦ ਨੂੰ ਦਬਾਉਣਾ ਅਤੇ ਉਸ ਦੀ
ਆਪਣੇ ਮਾਪਿਆਂ ਅਤੇ ਭਰਾਵਾਂ ਵਿਰੁੱਧ ਮਾਯੂਸੀ ਨੂੰ ਘੱਟ ਕਰਨ ਵਿੱਚ ਸਫਲ ਹੋਇਆ ਸੀ। ਬੇਸ਼ੱਕ ਉਸ ਨੂੰ ਬਹੁਤ ਯਤਨ ਕਰਨਾ ਪਿਆ ਸੀ। ਉਸ ਨੇ ਦੇਵਾਂਗਨੀ ਦਾ ਪੱਖ ਪੂਰਨ ਦਾ ਯਤਨ ਕੀਤਾ ਸੀ। ਜੱਸਾ ਸਿੰਘ ਨੇ ਆਪਣੇ ਭਰਾ ਨੂੰ ਕਿਹਾ, ਇਹ ਸਭ ਕੁਝ ਗਲਤ ਵੀ ਹੋ ਸਕਦਾ ਹੈ, ਤੁਸੀਂ ਉਸ ਨੂੰ ਮੁਆਫ ਨਹੀਂ ਕਰ ਸਕਦੇ। ਮਹਾਂ ਸਿੰਘ ਨੇ ਉੱਤਰ ਦਿੱਤਾ, ਤੈਨੂੰ ਪਤਾ ਹੈ ਮੈਨੂੰ ਤੇਰੀ ਖੁਸ਼ੀ ਕਿੰਨੀ ਪਿਆਰੀ ਹੈ। ਮੈਂ ਉਸ ਤੋਂ ਸੋਹਣੀ ਕੁੜੀ ਦਾ ਕਿਆਸ ਵੀ ਨਹੀਂ ਕਰ ਸਕਦਾ, ਪਰ ਲੱਖ ਲਾਹਨਤ ਐਸੀ ਸੁੰਦਰਤਾ ਤੇ ਜੇ ਦਿਲ ਕਾਲਾ ਹੋਵੇ, ਸਾਡੇ ਤੇ ਤਾਂ ਦੇਵਤਿਆਂ ਦੀ ਕਰੋਪੀ ਹੈ। ਜੱਸਾ ਸਿੰਘ ਨੇ ਮੁੜ ਪੱਖ ਪੂਰਿਆ, ਫਰਜ਼ ਕਰੋ ਉਹ ਤੁਹਾਡੀ ਆਪਣੀ ਬੇਟੀ ਹੁੰਦੀ, ਫਿਰ ਤੁਸੀਂ ਕੀ ਕਰਦੇ? ਮਹਾਂ ਸਿੰਘ ਨੇ ਆਪਣਾ ਬਨਾਵਟੀਪਨ ਕਾਇਮ ਰੱਖਿਆ ਤੇ ਕਿਹਾ, ਮੇਰੇ ਲਈ ਔਰਤ ਦਾ ਚਾਲ ਚੱਲਣ ਹੀ ਸਭ ਕੁਝ ਹੈ, ਮੈਂ ਉਸ ਨੂੰ ਅਪਣਾਉਣ ਤੋਂ ਇਨਕਾਰ ਕਰ ਦਿੰਦਾ। ਜੱਸਾ ਸਿੰਘ ਨੇ ਅਜੇ ਵੀ ਗੱਲ ਛੱਡੀ ਨਹੀਂ ਸੀ। ਵੀਰੇ, ਮੈਂ ਸਮਝਦਾ ਹਾਂ ਕਿ ਲੋਕ ਲਾਜ ਅਤੇ ਧਰਮ ਦੀ ਖਾਤਰ ਇੰਨਾ ਸਖਤ ਹੋਣਾ ਜ਼ੁਲਮ ਹੈ। ਆਖਿਰਕਾਰ ਪਰਮਾਤਮਾ ਇੰਨਾ ਪੱਥਰ ਨਹੀਂ, ਜੇ ਹੈ ਤਾਂ ਸਾਡਾ ਕੀ ਅਸਰ ਹੋਵੇਗਾ? ਕੀ ਅਸੀਂ ਲੋਕਾਂ ਦੀਆਂ ਧੀਆਂ ਭੈਣਾਂ ਵੱਲ ਹਰ ਰੋਜ਼ ਮਾੜੀਆਂ ਨਜ਼ਰਾਂ ਨਾਲ ਨਹੀਂ ਦੇਖਦੇ? ਮਹਾਂ ਸਿੰਘ, ਅੱਜ ਕੱਲ੍ਹ ਦੀ ਨਵੀਂ ਪਨੀਰੀ ਸਿਰਫ ਆਜ਼ਾਦੀ ਨੂੰ ਪਿਆਰਦੀ ਹੈ। ਚੰਗੇ ਗੁਣਾਂ ਦੀ ਤੁਹਾਡੇ ਲਈ ਕੋਈ ਕਦਰ ਨਹੀਂ। ਅਸੀਂ ਤੁਹਾਨੂੰ ਨਹੀਂ ਸਮਝ ਸਕਦੇ। ਬੁੱਢਾ ਪਿਓ ਪਹਿਲੇ ਹੀ ਖਾਨਦਾਨ ਦੀ ਨੱਕ ਵੱਢੀ ਜਾਣ ਤੇ ਬੁਰੀ ਤਰ੍ਹਾਂ ਦੁਖੀ ਹੈ। ਜੇ ਅਸੀਂ ਉਸ ਨੂੰ ਮੁਆਫ ਕਰ ਦਿੱਤਾ ਤਾਂ ਸਾਡਾ ਨਾਮ ਵੀ ਮਿੱਟੀ ਵਿੱਚ ਮਿਲ ਜਾਵੇਗਾ। ਪਿਓ ਨੇ ਸਾਰਿਆਂ ਨੂੰ ਬੇਦਖਲ ਕਰ ਦੇਣਾ ਹੈ। ਉਸ ਦੇ ਡਰ ਕਰਕੇ ਅਤੇ ਉਸ ਦੀਆਂ ਭਾਵਨਾਵਾਂ ਦੀ ਕਦਰ ਕਰਕੇ ਨਾ ਤੂੰ ਅਤੇ ਨਾ ਹੀ ਮੈਂ ਅਜਿਹਾ ਫੈਸਲਾ ਕਰ ਸਕਦੇ ਹਾਂ। ਅਸੀਂ ਚਾਹੁੰਦੇ ਹੋਏ ਵੀ ਅਜਿਹਾ ਨਹੀਂ ਕਰ ਸਕਦੇ। ਬੇਸ਼ੱਕ ਜੱਸਾ ਸਿੰਘ ਨੂੰ ਵਿਸ਼ਵਾਸ ਨਹੀਂ ਆਇਆ, ਪਰ ਉਸ ਹਥਿਆਰ ਸੁੱਟ ਦਿੱਤੇ। ਜੱਸਾ ਸਿੰਘ ਡਰਦਾ ਹੀ ਨਹੀਂ ਸੀ ਲਿਖਦਾ। ਉਹ ਸੋਚਦਾ ਕਿ ਉਸ ਦੀਆਂ ਚਿੱਠੀਆਂ ਉਸ ਦੇ ਪਿਤਾ ਜਾਂ ਭਰਾਵਾਂ ਦੇ ਹੱਥ ਨਾ ਆ ਜਾਣ। ਇਸ ਤਰ੍ਹਾਂ ਉਹ ਇਸ ਗੁਪਤ ਚਿੱਠੀ ਪੱਤਰ ਬਾਰੇ ਜਾਣਗੇ। ਜੇ ਗੱਲ ਸੱਚੀ ਹੀ ਹੋਈ ਤਾਂ ਬਹੁਤ ਭੰਡੀ ਹੋਵੇਗੀ ਅਤੇ ਸਾਰਾ ਟੱਬਰ ਟੁਕੜੇ ਟੁਕੜੇ ਹੋ ਜਾਵੇਗਾ। ਜੱਸਾ ਸਿੰਘ ਵੀ ਕਿਸੇ ਕੀਮਤ ਤੇ ਅਜਿਹਾ ਨਹੀਂ ਸੀ ਹੋਣ ਦੇਣਾ ਚਾਹੁੰਦਾ। ਉਸ ਨੂੰ ਆਪਣੇ ਪਰਿਵਾਰ ਦੀ ਵੰਡ ਦਾ ਅੰਦਰੋਂ ਬਹੁਤ ਡਰ ਸੀ। 7ਵਾਂ 3 ਸਾਲ ਬੀਤ ਗਏ। ਜੱਸਾ ਸਿੰਘ ਵਾਪਸ ਪਰਤ ਆਇਆ ਤੇ ਰਾਵਲਪਿੰਡੀ ਵਿਖੇ ਵਕਾਲਤ ਕਰਨ ਲੱਗ ਪਿਆ। ਦੇਵਾਂਗਨੀ ਨੂੰ ਅਜੇ ਵੀ ਆਸ ਸੀ। ਉਹ ਸਮਝਦੀ ਉਹ ਉਸੇ ਦਾ ਹੀ ਹੈ। ਉਹ ਉਸ ਦੀ ਗੱਲ ਸੁਣੇਗਾ ਤੇ ਸੁਣਨ ਮਗਰੋਂ ਉਸ ਦੇ ਬੇਕਸੂਰ ਹੋਣ ਦਾ ਵਿਸ਼ਵਾਸ ਕਰ ਲਵੇਗਾ। ਉਹ ਇਹ ਨਹੀਂ ਸੀ ਸਮਝ ਸਕੀ ਕਿ ਜਿਵੇਂ ਉਹ ਮਹਿਸੂਸ ਕਰਦੀ ਸੀ, ਉਸ ਦਾ ਪਿਆਰਾ ਉਸ ਬਾਰੇ ਉਸ ਤਰ੍ਹਾਂ ਕਿਉਂ ਨਹੀਂ ਸੀ ਸੋਚਦਾ। ਪਰ ਜੱਸਾ ਸਿੰਘ ਦੇ ਭਰਾ ਉਸ ਕੋਲ ਰਹਿੰਦੇ ਸਨ। ਉਸ ਦਾ ਪਿਤਾ ਵੀ ਕਾਫੀ ਸਮਾਂ ਉਸ ਕੋਲ ਹੀ ਰਹਿੰਦਾ। ਨਤੀਜੇ ਦੇ ਤੌਰ ਤੇ ਉਸ ਨੂੰ ਚਾਹੁੰਦੇ ਹੋਏ ਵੀ ਆਪਣੀ ਪਤਨੀ ਨੂੰ ਤਖਤਪੁਰੀ ਵਿਖੇ ਮਿਲਣ ਜਾਣ ਦਾ ਮੌਕਾ ਨਾ ਮਿਲਦਾ। ਕਈ ਵਾਰੀ ਕਾਫੀ ਰਾਤ ਗਈ। ਜਦੋਂ ਸਾਰੇ ਸੌਂ ਜਾਂਦੇ ਤਾਂ ਉਹ ਉਸ ਦੀ ਤਸਵੀਰ ਕੱਢ ਕੇ ਦੇਖਦਾ। ਆਪਣੇ ਵਿਆਹ ਤੋਂ ਛੇਤੀ ਮਗਰੋਂ ਉਸਨੇ ਚੋਰੀ ਇਹ ਤਸਵੀਰ ਫੋਟੋਗ੍ਰਾਫਰ ਤੋਂ ਬਣਵਾਈ ਸੀ। ਕਈ ਵਾਰੀ ਉਹ ਘੰਟਾ ਰੋਂਦਾ ਰਹਿੰਦਾ। ਜੱਸਾ ਸਿੰਘ ਵਿੱਚ ਕੋਈ ਹਿੰਮਤ ਨਹੀਂ ਸੀ। ਉਹ ਮਲੂਕ ਅਤੇ ਕਮਜ਼ੋਰ ਜਿਹੇ ਸੁਭਾਅ ਦਾ ਮੁੰਡਾ ਸੀ। ਉਹ ਮਾਪਿਆਂ ਨਾਲ ਟਕਰਾਅ ਤੋਂ ਡਰਦਾ ਸੀ। ਸਾਂਝੇ ਪਰਿਵਾਰ ਦੇ ਮਾਣ ਦਾ ਹਊਆ ਜੋ ਉਸ ਨੂੰ ਬਚਪਨ ਤੋਂ ਚੰਬੜਿਆ ਹੋਇਆ ਸੀ, ਅਜੇ ਵੀ ਉਸ ਦੇ ਰਸਤੇ ਵਿੱਚ ਰੁਕਾਵਟ ਸੀ। ਉਹ ਆਪਣੇ ਪਿਤਾ, ਆਪਣੇ ਭਰਾਵਾਂ ਅਤੇ ਉਹਨਾਂ ਦੀਆਂ ਪਤਨੀਆਂ ਨੂੰ ਇਸ ਸ਼ਰਮਨਾਕ ਹਰਕਤ ਕਰਕੇ ਨਫ਼ਰਤ ਵੀ ਕਰਦਾ ਸੀ। ਕਾਫੀ ਸਮੇਂ ਬਾਅਦ ਹੌਲੀ ਸੱਚਾਈ ਸਾਹਮਣੇ ਆ ਗਈ। ਇਹ ਗੱਲ ਸਾਬਤ ਹੋ ਗਈ ਕਿ ਉਸ ਦੇ ਪੈਰਾਂ ਤੇ ਡਿੱਗਣ ਵਿੱਚ ਕਿਸੇ ਕਸੂਰ ਦੀ ਭਾਵਨਾ ਨਹੀਂ ਸੀ। ਇਸ ਦਾ ਕਾਰਨ ਉਸ ਦੀਆਂ ਦੱਬੀਆਂ ਭਾਵਨਾਵਾਂ ਦਾ ਫੁੱਟ ਪੈਣਾ ਸੀ। ਉਹ ਇੱਕ ਬਹਾਦਰ ਕੁੜੀ ਦੀ ਤਰ੍ਹਾਂ ਸਾਰਾ ਜ਼ੁਲਮ ਸਹਿੰਦੀ ਰਹਿੰਦੀ ਸੀ, ਪਰ ਹੁਣ ਬੇਬਸ ਹੋ ਗਈ ਸੀ। ਉਸ ਦਾ ਪੇਕਿਆਂ ਦੇ ਭੇਜਿਆ ਜਾਣਾ ਇੱਕ ਸੱਚਾਈ ਸੀ। ਕਈਆਂ ਨੂੰ ਸੱਚੀ ਗੱਲ ਦਾ ਪਤਾ ਸੀ, ਕਈਆਂ ਨੂੰ ਨਹੀਂ। ਕਿਵੇਂ ਉਹਨਾਂ ਇੱਕ ਬੇਕਸੂਰ ਲੜਕੀ ਤੇ ਮੂੰਹੋਂ ਮੂੰਹੀਂ ਇਲਜ਼ਾਮ ਲਾਏ ਸਨ, ਪਰ ਬਾਅਦ ਵਿੱਚ ਆਪਣੀ ਸਮਾਜ ਵਿੱਚ ਥਾਂ ਅਤੇ ਕੀਰਤੀ ਦੀ ਖਾਤਰ ਸਭ ਕੁਝ ਤੋਂ ਕਿਵੇਂ ਇਨਕਾਰੀ ਹੁੰਦੇ। ਜੱਸਾ ਸਿੰਘ ਨੂੰ ਇੰਗਲੈਂਡ ਤੋਂ ਵਾਪਸ ਆਏ 3 ਸਾਲ ਹੋ ਗਏ ਸਨ, ਪਰ ਅਜੇ ਤੱਕ ਦੇਵਾਂਗਨੀ ਵਿਰੁੱਧ ਰਚੇ ਗਏ ਛੜਯੰਤਰ ਦੇ ਪਛਤਾਵੇ ਲਈ ਕੁਝ ਨਹੀਂ ਸੀ ਕੀਤਾ ਗਿਆ। ਪਿਛਲੇ 6 ਸਾਲ ਦੇਵਾਂਗਨੀ ਆਪਣੇ ਪਿਆਰ ਦੀਆਂ ਪਹਿਲੀਆਂ ਰਾਤਾਂ ਯਾਦ ਕਰਕੇ ਆਸ ਕਰਦੀ ਸੀ ਕਿ ਇੰਗਲੈਂਡ ਤੋਂ ਮੁੜਨ ਉਪਰੰਤ ਜੱਸਾ ਸਿੰਘ ਵਿੱਚ ਹੌਸਲਾ ਹੋਵੇਗਾ ਅਤੇ ਉਹ ਆਪਣੀਆਂ ਭਾਵਨਾਵਾਂ ਤੇ ਪਿਆਰ ਨਾਲ ਕੁਝ ਇਨਸਾਫ ਕਰੇਗਾ। ਪਰ ਹੁਣ ਉਸ ਦਾ ਵਿਸ਼ਵਾਸ ਟੁੱਟ ਚੁੱਕਾ ਸੀ। ਉਸ ਦਾ ਦਿਲ ਟੁਕੜੇ ਟੁਕੜੇ ਹੋ ਗਿਆ ਸੀ। ਉਸ ਦੇ ਅਥਰੂ ਸੁੱਕ ਗਏ ਸਨ। ਉਸ ਦੁਨੀਆ ਦਾ ਇਹ ਪੱਖ ਦੇਖ ਕੇ ਅਨੁਭਵ ਕੀਤਾ ਕਿ ਇਹ ਸਭ ਮਾਇਆ ਹੈ। ਹੁਣ ਉਸ ਦੀ ਉਦਾਸੀ ਨੇ ਰੰਗ ਵਟਾ ਲਿਆ।
ਕਈ ਸਾਲਾਂ ਬਾਅਦ ਉਸ ਦੇ ਚਿਹਰੇ ਤੇ ਰੰਗ ਆਇਆ ਸੀ। ਉਸ ਦੀਆਂ ਅੱਖਾਂ ਵਿੱਚ ਮਿੱਠੀ ਅਡੋਲਤਾ ਸੀ। ਉਹ ਇਸ ਧਰਤੀ ਦੇ ਜੀਵਨ ਅਤੇ ਪਿਆਰ ਨੂੰ ਆਪਣੀ ਉਤਕ੍ਰਿਸ਼ਟ ਆਤਮਕ ਇਕਲਤਾ ਦੇ ਝਰੋਖੇ ਚੋਂ ਦੇਖਦੀ ਸੀ। ਉਹ ਆਤਮਾ ਦੇ ਅੰਨੇ ਮਨੁੱਖਾਂ ਤੋਂ ਉੱਪਰ ਉੱਠ ਚੁੱਕੀ ਸੀ। ਇਹ ਉਸ ਦੇ ਨਿਰਛਲ ਵਿਸ਼ਵਾਸ ਅਤੇ ਇੰਨੀ ਲੰਮੀ ਉਡੀਕ ਦਾ ਪ੍ਰਤੀਕਰਮ ਸੀ। ਹੁਣ ਉਸਨੇ ਇੱਕ ਔਰਤ ਦਾ ਦ੍ਰਿੜ ਇਰਾਦਾ ਧਾਰ ਲਿਆ। ਦੇਵਾਂਗਨੀ ਤਾਂ ਇੱਕ ਨਵੀਂ ਹੀ ਔਰਤ ਬਣ ਗਈ ਸੀ। ਉਹ 9ਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਦੇ ਸਲੋਕ ਪੜ੍ਹਦੀ। ਇਹਨਾਂ ਸਲੋਕਾਂ ਦੇ ਅਰਥ ਇੰਨੀ ਚੰਗੀ ਤਰ੍ਹਾਂ ਸਮਝਦੀ ਸੀ ਕਿ ਜੋ ਲੋਕ ਉਸਨੂੰ ਗਾਉਂਦੀ ਨੂੰ ਸੁਣਨ ਆਉਂਦੇ, ਉਹ ਘੰਟਿਆਂ ਬੱਧੀ ਅਥਰੂ ਘੇਰਦੇ ਅਤੇ ਉਸ ਸਮੇਂ ਇਸ ਵਿਸ਼ਵਾਸ ਵਿੱਚ ਦ੍ਰਿੜ ਹੋ ਕੇ ਘਰ ਮੁੜਦੇ ਕਿ ਇਸ ਸੰਸਾਰ ਵਿੱਚ ਜੀਵਨ ਅਤੇ ਪਿਆਰ ਦੋਵੇਂ ਹੀ ਮਿੱਥਿਆ ਹਨ। ਉਸ ਦੇ ਪਿਤਾ ਉਸ ਲਈ ਬਖਸ਼ਣਹਾਰ ਪਰਮਾਤਮਾ ਦੀ ਮੂਰਤ ਸਨ, ਜਿਸ ਨੇ ਉਸ ਸਮੇਂ ਅਪਣਾਇਆ ਸੀ ਜਦੋਂ ਹਰ ਕੋਈ ਉਸ 'ਤੇ ਸ਼ੱਕ ਕਰਦਾ ਸੀ। ਉਹ ਇੰਨੇ ਸਾਲ ਉਸ ਦੇ ਦੁੱਖ 'ਤੇ ਰੋਂਦਾ ਰਿਹਾ ਸੀ ਜਿਸ ਦਾ ਉਹ ਕੋਈ ਇਲਾਜ ਨਹੀਂ ਸੀ ਕਰ ਸਕਦਾ। ਉਸ ਦੀ ਆਤਮਾ ਸੱਚੇ ਪਿਆਰ ਨਾਲ ਪ੍ਰਜਵਲਿਤ ਸੀ। ਬੇਸ਼ੱਕ ਉਸ ਨੂੰ ਦੇਵਾਂਗਨੀ ਦੇ ਅੰਦਰ ਦਾ ਉਨਾ ਗਿਆਨ ਨਹੀਂ ਸੀ ਜਿੰਨਾ ਕਿ ਉਸ ਨੂੰ ਆਪ ਸੀ, ਫਿਰ ਵੀ ਮੁਆਫੀ ਸਮੇਂ ਉਸ ਦੇ ਬੇਕਸੂਰ ਹੋਣ ਦਾ ਅਹਿਸਾਸ ਜ਼ਰੂਰ ਸੀ। ਉਸ ਦੇ ਚਿਹਰੇ ਤੋਂ ਟਪਕਦੀ ਅਥਾਹ ਬਖਸ਼ਿਸ਼ ਨੇ ਉਸ ਨੂੰ ਵਿਸ਼ਵਾਸ ਕਰਵਾ ਦਿੱਤਾ ਸੀ ਕਿ ਕੋਈ ਰੱਬ ਹੈ ਜਿਸ ਦਾ ਇਨਸਾਫ ਪਾਪੀਆਂ ਲਈ ਵਰਦਾਨ ਹੈ। ਜੇ ਸਾਰੀ ਦੁਨੀਆ ਨੇ ਉਸ ਨੂੰ ਗਲਤ ਸਮਝਿਆ ਸੀ, ਇੱਕ ਆਦਮੀ ਤਾਂ ਅਜਿਹਾ ਸੀ ਜਿਸ ਨੇ ਆਪਣੀ ਬੇਟੀ ਲਈ ਪਿਆਰ, ਦੁੱਖ ਅਤੇ ਦਰਦ ਕਰਕੇ ਉਸ ਨੂੰ ਕਦੇ ਵੀ ਗਲਤ ਨਹੀਂ ਸਮਝਿਆ। ਉਸ ਦੇ ਅਥਰੂ ਉਸ ਦੀ ਚਿੱਟੀ ਦਾੜੀ ਤੇ ਟਪਕਦੇ। ਦੇਵਾਂਗਨੀ ਆਪਣੇ ਆਪ ਨੂੰ ਕੋਸਦੀ, ਮੈਂ ਅਭਾਗਣੀ ਨਹੀਂ, ਆਪਣੇ ਗਰੀਬ ਪਿਓ ਨੂੰ ਇਹ ਦੁੱਖ ਦਿੱਤਾ ਹੈ, ਮੈਨੂੰ ਮੌਤ ਕਿਉਂ ਨਹੀਂ ਆ ਜਾਂਦੀ। ਪਰ ਹੌਲੀ ਹੌਲੀ ਇਹ ਸਾਰੇ ਤਿੱਖੇ ਜਜ਼ਬੇ ਸ਼ਾਂਤ ਹੋ ਗਏ ਸਨ। ਹੁਣ ਸਿਰਫ ਉਸ ਪਰਮਾਤਮਾ ਦੀ ਓਟ ਦੀ ਭਾਵਨਾ ਹੀ ਰਹਿ ਗਈ। ਜਦੋਂ ਕਦੇ ਵੀ ਉਸ ਦੇ ਮਨ ਵਿੱਚ ਉਸ ਪਰਮਾਤਮਾ ਨੂੰ ਇੱਕ ਮਨੁੱਖ ਦੇ ਰੂਪ ਵਿੱਚ ਵੇਖਣ ਦੀ ਭਾਵਨਾ ਆਉਂਦੀ ਤਾਂ ਉਹ ਆਪਣੇ ਬੁੱਢੇ ਪਿਓ ਦੀਆਂ ਬਾਹਾਂ ਵਿੱਚ ਜਾ ਟਹਿੰਦੀ। ਪਰ ਬੈਰਿਸਟਰ ਜੱਸਾ ਸਿੰਘ ਨੂੰ ਅਜੇ ਵੀ ਉਸ ਦੇ ਮਾਪਿਆਂ ਅਤੇ ਭਰਾਵਾਂ ਨੇ ਉਸ ਤੋਂ ਦੂਰ ਰੱਖਿਆ ਸੀ। ਉਸ ਨੂੰ ਦੇਵਾਂਗਨੀ ਨੂੰ ਮਿਲਣ ਦੀ ਇਜਾਜ਼ਤ ਨਹੀਂ ਸੀ। ਵੈਸੇ ਉਸ ਦੀ ਇੰਗਲੈਂਡ ਦੀ ਫੇਰੀ ਨੇ ਉਸ ਵਿੱਚ ਕੁਝ ਕੁ ਹਿੰਮਤ ਭਰ ਦਿੱਤੀ ਸੀ। ਅਖੀਰ ਉਹ ਇਹ ਸਭ ਕੁਝ ਸਹਿ ਨਾ ਸਕਿਆ। ਉਸ ਨੂੰ ਵਿਸ਼ਵਾਸ ਹੋ ਗਿਆ ਸੀ ਕਿ ਸਾਰਿਆਂ ਉਸ ਨਾਲ ਜ਼ੁਲਮ ਕੀਤਾ ਸੀ। ਜਦੋਂ ਉਸ ਨੂੰ ਆਪਣੇ ਸਹੁਰੇ ਅਤੇ ਦੇਵਾਂਗਨੀ ਦੀ ਮਾਂ ਦੀ ਮੌਤ ਦਾ ਪਤਾ ਲੱਗਾ ਤਾਂ ਉਸ ਦਾ ਦਿਲ ਟੁੱਟ ਗਿਆ। ਦੇਵਾਂਗਨੀ ਹੁਣ ਇੱਕ ਸਿੱਖ ਸੰਤ ਬਣ ਗਈ ਸੀ। ਉਸ ਆਪਣੇ ਪਿਤਾ ਅਤੇ ਭਰਾ ਨੂੰ ਇੱਕ ਸਾਂਝੀ ਚਿੱਠੀ ਲਿਖੀ। ਜੋ ਮੈਂ ਹਾਂ ਉਹ ਆਪ ਦੀ ਬਦੌਲਤ ਹਾਂ। ਤੁਸੀਂ ਮੈਨੂੰ ਬੈਰਿਸਟਰ ਬਣਾਇਆ ਹੈ, ਤੁਸੀਂ ਮੈਨੂੰ ਮਹਿਲ ਵਰਗਾ ਮਕਾਨ ਤੇ ਹੋਰ ਸਾਜ਼ੋ ਸਮਾਨ ਦਿੱਤਾ ਹੈ, ਪਰ ਇਹ ਸਭ ਕੁਝ ਮੇਰੇ ਲਈ ਵਿਅਰਥ ਹੈ। ਮੈਂ ਹੁਣ ਵੱਡਾ ਹੋ ਗਿਆ ਹਾਂ, ਮੈਂ ਸਭ ਕੁਝ ਸਮਝਦਾ ਹਾਂ, ਮੇਰੀ ਵੀ ਆਤਮਾ ਹੈ। ਮੈਨੂੰ ਪਤਾ ਲੱਗ ਗਿਆ ਹੈ ਕਿ ਮਰਨ ਉਪਰੰਤ ਮੈਂ ਆਪਣੇ ਪਾਪਾਂ ਲਈ ਉੱਤਰਦਾਈ ਆਪ ਹੋਣਾ ਹੈ। ਪਿਤਾ ਜੀ, ਨਾ ਤੁਸੀਂ ਅਤੇ ਨਾ ਹੀ ਭਾਈ ਸਾਹਿਬ ਤੁਸੀਂ, ਨਾ ਹੀ ਮੈਂ ਤੁਹਾਡੇ ਲਈ ਉੱਤਰਦਾਈ ਹੋਣਾ ਹੈ। ਹੋ ਸਕਦਾ ਹੈ ਤੁਸੀਂ ਮੈਨੂੰ ਗਲਤ ਹੀ ਸਮਝੋ, ਪਰ ਮੈਂ ਤੁਹਾਡੇ ਤੋਂ ਦੂਰ ਜਾਣ ਦਾ ਫੈਸਲਾ ਕਰ ਲਿਆ ਹੈ। ਅੱਜ ਮੈਂ ਜਾ ਰਿਹਾ ਹਾਂ, ਪਤਾ ਨਹੀਂ ਕਿੱਥੇ। ਮੇਰੀ ਭਾਲ ਨਾ ਕਰਨਾ, ਮੈਨੂੰ ਭੁੱਲ ਜਾਣਾ ਅਤੇ ਮਰ ਗਿਆ ਸਮਝ ਲੈਣਾ। ਜੋ ਕੋਈ ਤੁਸੀਂ ਮੇਰੇ ਲਈ ਕੀਤਾ ਉਸ ਲਈ ਮੈਂ ਆਪ ਦਾ ਸ਼ੁਕਰਗੁਜ਼ਾਰ ਹਾਂ, ਪਰ ਮੈਨੂੰ ਆਪਣੀ ਪਤਨੀ ਨਾਲ ਕੀਤੀ ਬੇਵਫਾਈ ਤੇ ਪਛਤਾਤਾਪ ਲਈ ਜਾਣਾ ਹੀ ਚਾਹੀਦਾ ਹੈ। ਉਹ ਇੱਕ ਦੇਵੀ ਹੈ। ਮੈਂ ਸੁਣਿਆ ਹੈ ਕਿ ਉਹ ਤਖਤ ਪਰੀ ਛੱਡ ਕੇ ਕਿਤੇ ਚਲੀ ਗਈ ਹੈ। ਜਦੋਂ ਮੈਂ ਲਾਹੌਰ ਸੀ ਅਤੇ ਤੁਸੀਂ ਸਾਰਿਆਂ ਨੇ ਉਸ ਤੇ ਦੂਸ਼ਣ ਲਾਏ ਸਨ, ਮੈਨੂੰ ਉਸ ਸਮੇਂ ਹੀ ਇੱਕ ਮਰਦ ਦੀ ਤਰ੍ਹਾਂ ਤੁਹਾਡੇ ਵਿਰੁੱਧ ਆਵਾਜ਼ ਉਠਾਉਣੀ ਚਾਹੀਦੀ ਸੀ, ਭਾਵੇਂ ਮੈਂ ਸੜਕ ਤੇ ਜਾ ਕੇ ਰੋੜੀ ਕੁੱਟ ਲੈਂਦਾ। ਮੈਨੂੰ ਮਰਦੇ ਦਮ ਤੱਕ ਇਸ ਗੱਲ ਦਾ ਅਫਸੋਸ ਰਹੇਗਾ ਕਿ ਮੈਂ ਤੁਹਾਡੇ ਲਾਏ ਦੂਸ਼ਣਾਂ ਨੂੰ ਸੱਚ ਸਮਝ ਲਿਆ। ਤੁਹਾਡੇ ਦੂਸ਼ਣ ਲਾਉਣ ਤੋਂ ਮਗਰੋਂ ਵੀ ਮੈਂ ਉਸ ਨੂੰ ਪਿਆਰ ਕਰਦਾ ਰਿਹਾ, ਪਰ ਮੈਂ ਸਮਾਜਿਕ ਬੰਧਨਾਂ ਨੂੰ ਤੋੜਨ ਤੋਂ ਡਰਦਾ ਰਿਹਾ। ਜੋ ਕੁਝ ਤੁਸੀਂ ਮੇਰੇ ਨਾਲ ਕੀਤਾ ਹੈ ਅਤੇ ਜੋ ਜਾਣਨ ਉਪਰੰਤ ਵੀ ਮੈਂ ਤੁਹਾਡੀ ਸਹਾਇਤਾ ਸਵੀਕਾਰਦਾ ਰਿਹਾ, ਇਸ ਲਈ ਮੈਂ ਸ਼ਰਮਿੰਦਾ ਹਾਂ। ਤੁਸੀਂ ਮੈਨੂੰ ਘਟੀਆ ਸਾਬਤ ਕਰ ਦਿੱਤਾ। ਲੱਖ ਲਾਹਨਤ ਹੈ ਸਮਾਜਿਕ ਮਰਿਆਦਾ ਤੇ, ਨਾਂ ਤੇ, ਸ਼ੋਹਰਤ ਤੇ, ਜੋ ਮਨੁੱਖ ਦੀ ਆਤਮਾ ਨੂੰ ਸੈਂਕੜੇ ਬੰਧਨਾਂ ਵਿੱਚ ਜਕੜ ਦਿੰਦੇ ਹਨ। ਅਤੇ ਜੱਸਾ ਸਿੰਘ ਕਿਸੇ ਅਣਜਾਣੇ ਮਕਾਮ ਵੱਲ ਤੁਰ ਪਿਆ। ਦੇਵਾਂਗਨੀ ਨੇ ਵੀ ਦੁਨੀਆ ਤੋਂ ਉਪਰਾਮ ਹੋ ਕੇ ਆਪਣੇ ਪਿਤਾ ਦਾ ਘਰ ਛੱਡ ਦਿੱਤਾ ਸੀ। ਉਸ ਦਾ ਬੁੱਢਾ ਪਿਓ ਉਸ ਦੀਆਂ ਅੱਖਾਂ ਸਾਹਮਣੇ ਤੁਰ ਗਿਆ ਸੀ। ਉਸ ਦੀ ਮਾਂ ਵੀ ਮਗਰੇ ਹੀ ਤੁਰ ਗਈ। ਦੋਵੇਂ ਬੜੇ ਦੁਖੀ ਹਿਰਦਿਆਂ ਨਾਲ ਮਰੇ ਸਨ।
ਹੁਣ ਪਰਮਾਤਮਾ ਤੋਂ ਬਿਨਾਂ ਦੇਵਾਂਗਨੀ ਦਾ ਕੋਈ ਸਹਾਰਾ ਨਹੀਂ ਸੀ। ਦੋਹਾਂ ਨੇ ਕਿਹਾ, ਬੇਟੀ, ਅਸੀਂ ਤੈਨੂੰ ਗੁਰੂ ਆਸਰੇ ਛੱਡ ਰਹੇ ਹਾਂ। ਗੁਰੂ ਉਸਨੂੰ ਇੱਕ ਔਰਤ ਦੇ ਰੂਪ ਵਿੱਚ ਬੋੜਿਆ ਸੀ। ਉਹ ਮਹਾਨ ਤਿਆਗੀ ਔਰਤ ਸੀ। ਉਹ ਉਸਨੂੰ ਜੰਮੂ ਵਿਖੇ ਇੱਕ ਧਰਮਸ਼ਾਲਾ ਵਿੱਚ ਲੈ ਗਈ। ਦੇਵਾਂਗਨੀ ਉੱਥੇ ਆਪਣੀ ਸਹੇਲੀ, ਰਹਿਬਰ ਅਤੇ ਦਾਰਸ਼ਨਿਕ ਨਾਲ ਬੜੀ ਉਦਾਸੀ ਵਿੱਚ ਰਹੀ। ਪਰ ਉਸਨੂੰ ਗਿਆਨ ਹੋ ਗਿਆ ਕਿ ਇਹ ਦੁਨੀਆ ਸਿਰਫ ਮਾਇਆ ਹੈ। ਉਹ ਗੁਰੂ ਦੀ ਸਿਫਤ ਸਲਾਹ ਦੇ ਗੀਤ ਲਿਖਦੀ ਅਤੇ ਉਹਨਾਂ ਨੂੰ ਗਾਉਂਦੀ, ਨੀਰ ਵਹਾਉਂਦੀ। ਦੇਵਾਂਗਨੀ ਆਪਣੇ ਆਪ ਵਿੱਚ ਇੱਕ ਮੰਦਰ ਬਣ ਗਈ ਸੀ। ਔਰਤਾਂ, ਵਿਧਵਾ ਅਤੇ ਹੋਰ ਦੁਖਿਆਰੀਆਂ ਪਤਨੀਆਂ ਉਸ ਕੋਲ ਧਰਵਾਸ ਲਈ ਆਉਂਦੀਆਂ। ਉਸ ਦੇ ਚਿਹਰੇ ਦਾ ਇਲਾਹੀ ਜਲਾਲ ਅਜਿਹਾ ਪ੍ਰਭਾਵ ਦਿੰਦਾ ਸੀ ਕਿ ਸਾਡਾ ਇਹ ਜੀਵਨ ਹੀ ਸਭ ਕੁਝ ਨਹੀਂ, ਇਸ ਤੋਂ ਪਰੇ ਵੀ ਮਹਾਨ ਪਿਆਰ, ਸ਼ਾਂਤੀ ਅਤੇ ਆਨੰਦ ਹੈ। ਦੇਵਾਂਗਨੀ ਹੁਣ ਲਗਭਗ ਸਾਰੇ ਪੰਜਾਬ ਦੀਆਂ ਦੁਖਿਆਰੀਆਂ, ਵਿਧਵਾ ਔਰਤਾਂ ਦੀ ਧਾਰਮਿਕ ਆਗੂ ਬਣ ਗਈ ਸੀ। ਉਸਨੇ ਸਾਰੇ ਪੰਜਾਬ ਵਿੱਚ ਆਸ਼ਰਮ ਖੋਲ੍ਹੇ ਸਨ ਜੋ ਜੰਮੂ ਦੀ ਧਰਮਸਾਲ ਦੇ 7 ਦੇ ਸਕੂਲ ਨਾਲ ਸੰਬੰਧਿਤ ਸਨ, ਜਿੱਥੇ ਕਿ ਉਸਦੀ ਰਹਿਬਰ ਰਹਿੰਦੀ ਸੀ। ਜੱਸਾ ਸਿੰਘ ਕਈ ਸਾਲ ਇੱਕ ਯੋਗੀ ਦੀ ਤਰ੍ਹਾਂ ਘੁੰਮਦਾ ਰਿਹਾ। ਨਾ ਤਾਂ ਧਾਰਮਿਕ ਪੁਸਤਕਾਂ ਦੇ ਪਾਠ ਅਤੇ ਨਾ ਹੀ ਰਮਤੇ ਸਾਧੂਆਂ ਦੀ ਸੰਗਤ ਨੇ ਉਸਦੇ ਮਨ ਵਿੱਚ ਧਰਮ ਦੀ ਸੰਸਥਾ ਦਾ ਸਤਿਕਾਰ ਜਗਾਇਆ। ਉਹ ਬਹੁਤ ਉਦਾਸ ਸੀ। ਉਹ ਸਮਝਦਾ ਸੀ ਕਿ ਜਿਸ ਨੂੰ ਭਾਰਤ ਵਿੱਚ ਰੱਬੀ ਗਿਆਨ ਦਾ ਨਾਂ ਦਿੱਤਾ ਜਾਂਦਾ ਹੈ, ਉਹ ਘੋਰ ਜਹਾਲਤ ਹੈ। ਉਹ ਇਹਨਾਂ ਸਾਰੀਆਂ ਦਾਰਸ਼ਨਿਕ ਪ੍ਰਣਾਲੀਆਂ ਤੋਂ ਅੱਕ ਚੁੱਕਾ ਸੀ। ਉਹ ਅਜ਼ਮਾ ਚੁੱਕਾ ਸੀ ਕਿ ਕੋਈ ਵੀ ਉਸਦੇ ਦਿਲ ਦੇ ਦਰਦ ਦਾ ਇਲਾਜ ਨਹੀਂ ਸੀ ਕਰ ਸਕੀ ਅਤੇ ਉਸਨੂੰ ਆਪਣੇ ਭੂਤ ਨੂੰ ਭੁਲਾਉਣ ਲਈ ਸ਼ਕਤੀ ਨਹੀਂ ਸੀ ਪ੍ਰਦਾਨ ਕਰ ਸਕੀ। ਉਹ ਦੇਵਾਂਗਨੀ ਨੂੰ ਨਹੀਂ ਸੀ ਭੁੱਲ ਸਕਿਆ। ਉਹ ਉਨੀ ਦੇਰ ਦੇਵਾਂਗਨੀ ਬਾਰੇ ਸੋਚਦਾ ਰਹਿੰਦਾ ਜਿੰਨੀ ਦੇਰ ਉਸਦੀ ਸੂਰਤ ਉਸਨੂੰ ਸਾਕਾਰ ਨਾ ਦਿਸਣ ਲੱਗ ਪੈਂਦੀ, ਜਿਵੇਂ ਵਜੂਦ ਵਿੱਚ ਉਹ ਸਦਾ ਉਸਦੇ ਸਾਹਮਣੇ ਹੁੰਦੀ ਅਤੇ ਉਹ ਚੁੱਪਚਾਪ ਖੜਾ ਉਸਦੀਆਂ ਅੱਖਾਂ ਵਿੱਚ ਝਾਕਦਾ ਰਹਿੰਦਾ। ਇੱਕ ਦਿਨ ਉਹ ਨਾਂਗੇ ਯੋਗੀਆਂ ਦੀ ਤਰ੍ਹਾਂ ਖੁੱਲ੍ਹੇ ਕੇਸੀ, ਪੀਲਾ ਭੂਕ ਰੰਗ ਰੜਬਾਂ ਨਿਕਲੀਆਂ ਹੋਈਆਂ ਅੰਮ੍ਰਿਤਸਰ ਦੀਆਂ ਗਲੀਆਂ ਵਿੱਚ ਘੁੰਮ ਰਿਹਾ ਸੀ। ਉਸਨੇ ਦੇਵਾਂਗਨੀ ਨੂੰ ਚਿੱਟੇ ਦੁੱਧ ਲਿਬਾਸ ਵਿੱਚ ਦੇਖਿਆ। ਉਹ ਟਾਂਗੇ ਵਿੱਚ ਉਸਦੇ ਕੋਲੋਂ ਦੀ ਲੰਘ ਰਹੀ ਸੀ। ਉਸਦੇ ਨਾਲ ਪਤਲੇ ਜਿਹੇ ਸਰੀਰ ਦੀ ਇੱਕ ਬੁੱਢੀ ਔਰਤ ਬੈਠੀ ਸੀ। ਉਸਦੀਆਂ ਅੱਖਾਂ ਅਤੇ ਮੱਥਾ ਆਤਮਾ ਦੀ ਸਦੀਵੀ ਜਵਾਨੀ ਦੇ ਤੇਜ ਨਾਲ ਦਗਦੇ ਸਨ। ਉਸਦੀਆਂ ਤਰਸਦੀਆਂ ਅੱਖਾਂ ਨੂੰ ਦੇਵਾਂਗਨੀ ਆਪਣੇ ਕੋਲੋਂ ਟੁੱਟੇ ਤਾਰੇ ਦੀ ਤਰ੍ਹਾਂ ਲੰਘਦੀ ਜਾਪੀ। ਉਹ ਬੜੀ ਤੇਜ਼ੀ ਨਾਲ ਟਾਂਗੇ ਦੇ ਪਿੱਛੇ ਦੌੜਿਆ। ਦੇਵਾਂਗਨੀ ਨੇ ਉਸਨੂੰ ਪਛਾਣ ਲਿਆ। ਕਈਆਂ ਸਾਲਾਂ ਦੇ ਵਿਛੋੜੇ ਤੋਂ ਬਾਅਦ ਉਹ ਹਾਲ ਬਾਜ਼ਾਰ ਦੀ ਗਲੀ ਵਿੱਚ ਮਿਲੇ। ਦੇਵਾਂਗਨੀ ਨੇ ਟਾਂਗਾ ਰੁਕਵਾਇਆ, ਹੇਠਾਂ ਉਤਰੀ ਅਤੇ ਗੁਰੂ ਦੀ ਪਵਿੱਤਰ ਅਤੇ ਅਛੋਹ ਸ਼ਿਸ਼ ਦੀ ਤਰ੍ਹਾਂ ਉਸਦੇ ਸਾਹਮਣੇ ਜਾ ਖੜੀ ਹੋਈ। ਉਹ ਉੱਥੇ ਸ਼ਾਂਤ, ਅਡੋਲ ਅਤੇ ਸਵੈ ਗਿਆਨ ਦੀ ਨਵੀਂ ਸ਼ਾਨ ਨਾਲ ਦਗਦੀ ਖੜੀ ਸੀ ਅਤੇ ਜੱਸਾ ਸਿੰਘ ਉਸਦੇ ਸਾਹਮਣੇ ਸਵਾਰੰਗਾ, ਮਿੱਟੀ ਘੱਟੇ ਨਾਲ ਅਟਿਆ, ਆਤਮ ਸੰਤਾਪ ਅਤੇ ਸਵੈ ਸਹੇੜੇ ਦੁੱਖਾਂ ਦਾ ਭੰਨਿਆ ਖੜਾ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।